अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक-ठाक रहें, खुश रहें। चलें जी वीडियो का करते हैं आगाज़। चाय पी के बाहर जाने लगी हूँ, बड़ा इमरजेंसी में जा रही हूँ। आफ़िया की ना उसके पाँव का थोड़ा मसला ठीक नहीं हो रहा तो ਉਹਦੇ ਲਈ ਚੱਲੀ ਆ ਆਪੋਥੀਕੇ ਮੈਡੀਕਲ ਸਟੋਰ 'ਚ ਜਿਹੜੀ ਦਵਾਈ ਹੈ ਨਾ ਉਹ ਲੱਭਦੀ ਨਹੀਂ ਪਈ ਉਹ ਲੱਭਣ ਚੱਲੇ ਆ ਐ ਲੋ ਇਹ ਕੀ ਇਹ ਗੱਡੀ ਚੜਾ ਲੈ ਮੈਂ ਤੁਸੀਂ ਲੀਡਰ ਵੜ ਜਾਂਦੇ ਐਵੇਂ ਤੇ ਫੇਰ ਖਰੀਦਣੇ ਪੈਂਦੇ ਨੇ ਤੂੰ ਨਾ ਨਿਕਲਿਆ ਕਰ ਕਸਮੇ ਕਰਾਉਂਦੀ ਫਿਰ ਮੈਂ ਨਿਕਲੀ ਤੇ ਆ ਕੱਲ ਨਾਲ ਮੈਂ ਤੁਹਾਡੇ ਲਈ ਦਿੱਤਾ ਤੁਸੀਂ ਚੀਜ਼ਾਂ ਲੈ ਕੇ ਆਉਂਦੇ ਕੀ ਵੇਚਦੇ ਹੋ ਪੈਸੇ ਬਚਾਏ ਨੇ ਮੇਰਾ ਪਰਸ ਇਹ ਤੁਹਾਡਾ ਪਰਸ ਹੈ ਕੱਲ ਦੀ ਬਾਰਿਸ਼ ਹੋਈ ਮੌਸਮ ਥੋੜਾ ਥੱਲੇ ਆਇਆ ਨਹੀਂ ਤੇ ਬੜੀ ਗਰਮੀ ਸੀ ਬਹੁਤ ਹੀ ਸੱਚੀ ਪਾਕਿਸਤਾਨ ਬੜੀ ਗਰਮੀ ਪੈਣ ਡਈ ਹੈ ਮੈਂ ਮੌਸਮ ਦਾ ਕਹਿ ਦਵਾਂ ਨਾ ਤੇ ਮੇਰੇ ਵਰਗੇ ਇੰਨੀ ਦੁਖੀ ਆ ਜਾਂਦੇ ਨੇ ਬਾਜੀ ਬੜੀ ਗਰਮੀ ਪਾਕਿਸਤਾਨ ਮੈਂ ਕਿਹਾ ਮੈਨੂੰ ਪਤਾ ਹੈ ਮੇਰੇ ਵੀ ਭੈਣ ਭਰਾ ਪਾਕਿਸਤਾਨ ਰਹਿੰਦੇ ਜਿਹੜੇ ਰੋਜ਼ ਦੱਸਦੇ ਨੇ ਬੜੀ ਗਰਮੀ ਨਹੀਂ ਅੱਜ 40 ਗ੍ਰਾਡ ਨੂੰ ਵੇਖਣ ਪਾਕਿਸਤਾਨ ਵੀ 40 ਗ੍ਰਾਡ ਹੈ ਫੈਸਲਾਬਾਦ ਨੂੰ ਵੇਖਣ ਅੱਛਾ ਮੈਂ ਨਾ ਇਹ ਸਵੇਰੇ ਸਵੇਰੇ ਉੱਠਣਾ ਹੁੰਦਾ ਤੇ ਪਹਿਲੇ ਮੈਂ ਗਰਮੀ ਦਾ ਮੌਸਮ ਦੇਖਦਾ ਅੱਛਾ ਫਿਰ ਮੈਂ ਫੈਸਲਾਬਾਦ ਦੇ ਹਾਏ ਹਾਏ ਹੱਦ ਮੁੱਕੀ ਪਈ ਤੁਹਾਡੀ ਸੱਚੀ ਮੈਨੂੰ ਕੀ ਨਾਮ ਹੈ ਤੂੰ ਪਿਆ ਤੇ ਹੈ ਵੇ ਉਹ ਮੈਂ ਕਦੋਂ ਕਹਿਣ ਦਈ ਆ ਮਸਲਾ ਇਹ ਵੇ ਕਿ ਗਰਮੀ ਠੀਕ ਹੈ ਤੇ ਉੱਥੇ ਲਾਈਟ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਬਹੁਤਾ ਮਸਲਾ ਹੁੰਦਾ ਹੈ ਇੱਥੇ ਇਸ ਟਾਈਮ ਬਾਈ ਦਾ ਨਾਓ ਮਤਲਬ ਤਕਰੀਬਨ ਕੋ 4-5-6 ਕਿਲੋਮੀਟਰ ਸ਼ਹਿਰ ਹਾਂ 7 ਕਿਲੋਮੀਟਰ ਦਾ ਇੱਕ ਏਰੀਆ ਹਾਂ ਉਹਦੇ ਵਿੱਚ 3-4 ਜਿਹੜੇ ਨੇ ਉਹ ਸਟਾਰਟ ਹਾਈਲੈਂਡ ਸਟਾਰਟ ਹਾਈਲੈਂਡ ਕੁਝ ਵਿਲੇਜ ਹਾਂ ਸਿਟੀ ਦੇ ਵਿੱਚ ਉੱਥੇ ਹੁੰਦੇ ਆ ਸੀ ਕੰਮ ਸੜਕ ਟੁੱਟਣ ਦੇ ਸੀ ਤੇ ਉਹ ਉੱਥੇ ਕੋਈ ਬਿਜਲੀ ਨੂੰ ਉਹਨਾਂ ਦਾ ਕੋਈ ਔਜ਼ਾਰ ਲੱਗਾ ਹੈ ਮਸ਼ੀਨ ਲੱਗੀ ਹਾਂ ਉਹ 5-6 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਾਂ ਬਿਜਲੀ ਚਲੇ ਗਈ ਹਾਏ ਹਾਏ ਬਿਲਕੁਲ ਬੰਦ ਇੱਥੇ ਤੇ ਲਾਈਟ ਵੈਸੇ ਹੀ ਬੰਦ ਹੋਈ ਤੇ ਇੰਨਾ ਕੁਨੇਰਾ ਘੁੱਪ ਹੋ ਜਾਂਦਾ ਹੁਣ ਸਾਰਾ ਕੁਝ ਚੱਲਦਾ ਹਾਂ ਇੱਥੇ ਹੁਣ ਸਾਰਾ ਕੁਝ ਚੱਲਦਾ ਵੇ ਬਿਜਲੀ ਤੇ ਕੰਪਿਊਟਰ ਜਿਹੜੇ ਨੇ ਚੱਲਦੇ ਨੇ ਮਤਲਬ ਸਾਰਾ ਕੁਝ ਚੱਲਦਾ ਬਿਜਲੀ ਤੇ ਕੱਲ ਜਿਹੜੀਆਂ ਆਇੰਕੌਫ ਸੈਂਟਰਮ ਜਿਹੜੇ ਨੇ ਉਹ ਬੰਦ ਹੋ ਗਏ ਹੋਣੇ ਹਾਂ ਉੱਥੇ ਤੇ ਹਨੇਰਾ ਹੋ ਗਿਆ ਹੋਣਾ ਹਨੇਰਾ ਮਤਲਬ ਹੁਣ ਕੰਪਿਊਟਰ ਨਹੀਂ ਚੱਲਨੇ ਤੇ ਉਹਨਾਂ ਨੇ ਪੈਸੇ ਕਿਵੇਂ ਲੈਣੇ ਲੋਕਾਂ ਕੋਲ ਨਹੀਂ ਤੇ ਜਿਹੜੇ ਅੰਦਰ ਨੇ ਫਿਰ ਉਹ ਹਨੇਰੇ 'ਚ ਕਿਉਂਕਿ ਇੱਥੇ ਲਾਈਟ ਬੰਦ ਹੋਈ ਤੇ ਇੰਨੀ ਇੰਜ ਲੱਗਦਾ ਜਿਵੇਂ ਰਾਤ ਦੇ 12 ਵਜ ਗਏ ਇੰਨਾ ਹਨੇਰਾ ਘੁੱਪ ਹੋ ਜਾਂਦਾ ਆਹੋ ਨਹੀਂ ਦੁਕਾਨਾਂ 'ਚ ਤੇ ਲਾਜ਼ਮੀ ਗੱਲ ਏ ਲੇਕਿਨ ਵੈਸੇ ਕਹਿ ਰਿਹਾ ਮੈਂ ਕਿ ਫਿਰ ਉਹਨਾਂ ਨੇ ਦੁਕਾਨਾਂ ਬੰਦ ਕਰਨੀਆਂ ਨੇ ਮੈਂ ਪਹਿਲੀ ਮਤਲਬ ਮੈਂ 19 ਸਾਲਾਂ ਦੇ ਵਿੱਚ ਪਹਿਲੀ ਵਾਰੀ ਸੁਣਿਆ ਨੇ ਕਿ ਲਾਈਟ ਬੰਦ ਹੋਈ ਲਾਈਟ ਬੰਦ ਹੁੰਦੀ ਉਹ ਵੀ ਉਹਨਾਂ ਪਿੱਛੋਂ ਥੋੜੀ ਕੀਤੀ ਉਹ ਵੀ ਤੇ ਐਵੇਂ ਮਸਲਾ ਹੋਇਆ ਜਿਵੇਂ ਕਿਸੇ ਕੋਲ ਤੇ ਪਾਕਿਸਤਾਨ ਤੇ ਤੁਹਾਨੂੰ ਪਤਾ ਹੈ ਹਾਂ ਕਹਿਣਾ ਵੀ ਤੇ ਲੈਣਾ ਇਹਨਾਂ ਖਰਚਾ ਹਾਂ ਜਿੰਨਾ ਕੋਲ ਹੋਇਆ ਨਹੀਂ ਕਮਾਇਆ ਉਹਨਾਂ ਨੇ ਹਾਂ ਅੱਛਾ ਜਿਨ੍ਹਾਂ ਦੀ ਦੁਕਾਨਾਂ ਉਨੀ ਟਾਈਮ ਬੰਦ ਰਹੀਆਂ ਨੇ ਉਹਨਾਂ ਨੇ ਕਮਾਈ ਕਰਨੀ ਸੀ ਅੱਛਾ ਉਹਨਾਂ ਨੇ ਗਵਰਨਮੈਂਟ ਨੂੰ ਕਹਿਣਾ ਕਿ ਤੁਹਾਡੇ ਵਿੱਚ ਸਾਡਾ ਕਾਰੋਬਾਰ ਬੰਦ ਰਿਹਾ ਆਹੋ ਤੇ ਇੱਥੇ ਫਿਰ ਅਸੂਲ ਤੇ ਹੈ ਨਾ ਸਾਡੇ ਤੇ ਉਹੀ ਗੱਲ ਬੱਚੇ ਵਿਚਾਰੇ ਅੱਖ ਲਾਉਂਦੇ ਪਿੱਛੋਂ ਨੇ ਬਿਜਲੀ ਪਹਿਲੇ ਚਲੇ ਜਾਂਦੀ ਪਾਕਿਸਤਾਨ ਹਾਲ ਹੀ ਕੋਈ ਨਹੀਂ ਅੱਲਾ ਰਹਿਮ ਕਰੇ ਅੱਲਾ ਮੀਆਂ ਹਦਾਇਤ ਦਵੇ ਤੇ ਹਾਲਾਤ ਸਹੀ ਹੋਣ ਇਨਸ਼ਾਅੱਲਾ ਤਾਲਾ ਹੋ ਜਾਣਗੇ ਅਸੀਂ ਚੱਲੇ ਆ ਆਫੀਆ ਦੀ ਦਵਾਈ ਲੈਣ ਕਿਉਂਕਿ ਉਹਦੇ ਪੈਰ ਦਾ ਨਾ ਥੋੜਾ ਜਿਹਾ ਜਿਹੜਾ ਮਸਲਾ ਆਇਆ ਤੇ ਮਸਲਾ ਇਹ ਵੀ ਕਿ ਦਵਾਈ ਲੱਭਣ ਨਹੀਂ ਦੇਈ ਕੱਲ ਜਨਾਬ ਮੈਂ ਨਾ ਤੁਸੀਂ ਮੈਨੂੰ ਕਿਹਾ ਨਾ ਕਿ ਦਵਾਈ ਇੱਥੇ ਨਹੀਂ ਹੈ ਮੈਨੂੰ ਇਹ ਸੀ ਕਿ ਮੈਂ ਕਰਾਂ ਮਤਲਬ ਸਾਰੇ ਮੈਡੀਕਲ ਸਟੋਰ ਤੇ ਜਾਣ ਦੀ ਬਜਾਏ ਮੈਂ ਸਾਰਿਆਂ ਨੂੰ ਟੈਲੀਫੋਨ ਕਰਾਂ ਜਿੱਥੇ ਹੋਏਗੀ ਮੈਂ ਉੱਥੇ ਸਿੱਧਾ ਚਲੇ ਜਾਵਾਂਗਾ ਤੇ ਇੱਕ ਨੂੰ ਕਰ ਦੂਸਰੇ ਨੂੰ ਤੀਸਰੇ ਨੂੰ ਮੈਂ ਬਲਕਿ 20 ਪਾ ਦਾਂ ਮਤਲਬ ਦੂਸਰੀ ਸਿਟੀ ਦੇ ਵਿੱਚ ਵੀ ਮੈਂ ਫੋਨ ਕਰਕੇ ਤੇ ਉਹਨਾਂ ਨੂੰ ਵੀ ਪੁੱਛਿਆ ਵੇ ਕਿ ਮੈਨੂੰ ਅਸੀਂ ਕਿ ਦੂਸਰਾ ਸਿਟੀ ਵੀ ਹੈ ਦੂਸਰਾ ਸੂਬਾ ਵੀ ਬਣਦਾ ਵੇ ਉਹ ਵਾਲਾ ਤੇ ਮੈਂ ਉਹਨਾਂ ਨੂੰ ਵੀ ਪੁੱਛਿਆ ਮੈਂ ਕਿ ਯਾਰ ਇਸ ਤਰ੍ਹਾਂ ਮੈਨੂੰ ਦਵਾਈ ਚਾਹੀਦੀ ਹੈ ਤੇ ਫਲਾਣੀ ਦਵਾਈ ਹੈ ਨਾ ਉਹਨਾਂ ਨੇ ਵੀ ਕਹਿੰਦੇ ਕਿ ਬੰਦ ਨਹੀਂ ਮਤਲਬ ਲਿਫਰੂੰਗ ਨਹੀਂ ਹੋਣੀ ਨਹੀਂ ਉਹਨਾਂ ਨੇ ਕੱਲ ਹੀ ਕਹਿਤਾ ਸੀ ਜਦੋਂ ਮੈਂ ਕੱਲ ਆਫੀਆ ਲੈ ਗਈ ਸੀ ਨਾ ਉਹਨਾਂ ਨੇ ਜਿਹੜੀ ਬਣਾ ਕੇ ਦਿੱਤੀ ਸੀ ਨਾ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਪਤਾ ਕਰਨਾ ਪੈਣਾ ਕਿਉਂਕਿ ਦਵਾਈਆਂ ਲੋਕ ਬਹੁਤ ਆ ਗਏ ਨੇ ਤੇ ਦਵਾਈਆਂ ਸ਼ਾਰਟ ਹੋ ਗਈਆਂ ਨੇ ਆਣ ਨਹੀਂ ਦਈਆਂ ਮਤਲਬ ਡਿਲੀਵਰੀ ਨਹੀਂ ਹੋਣ ਦੀ ਬਹੁਤ ਘੱਟ ਦਵਾਈ ਹੈ ਜਰਮਨੀ ਵਿੱਚ ਰਹਿ ਗਈ ਸਮਝ ਆਈ ਤਾਂ ਮੈਨੂੰ ਥੋੜੀ ਟੈਨਸ਼ਨ ਜਿਹੀ ਹੋਣ ਲੱਗ ਪਈ ਸੀ ਕਿ ਦਵਾਈ ਬੜੀ ਜ਼ਰੂਰੀ ਉਹਦੇ ਪੈਰ ਲਈ ਤੇ ਉਹ ਅੱਜ ਹੁਣ ਕੀ ਟਾਈਮ ਹੋਇਆ ਵੇ ਕੱਲ ਅਸੀਂ ਨਾਰਮਲ ਸਟਾਰਟ ਕਰਨੀ ਸੀ ਹੁਣ ਪੌਣੇ 11 ਹੋ ਗਏ ਨੇ ਇਹਨਾਂ ਨੇ ਕਿਤੇ ਫੋਨ ਕੀਤਾ ਵੇ ਵਾਵਾ ਨਹੀਂ ਮੈਂ ਡਾਕਟਰ ਨੂੰ ਦੁਬਾਰਾ ਫੋਨ ਕੀਤਾ ਸੀ ਮੈਂ ਕਿਹਾ ਕਿ ਮੈਨੂੰ ਦਵਾਈ ਮੈਂ ਕਿਹਾ ਕੱਲ ਦੀ ਮੈਨੂੰ ਲਿਖ ਕੇ ਦੇ ਛੱਡੀ ਤੇ ਇਹਦੇ ਮੁਤਬਾਦਲ ਕੋਈ ਦਵਾਈ ਦੇ ਨਾ ਲਿਖ ਕੇ ਕਹਿੰਦੀ ਨਹੀਂ ਦਵਾਈ ਇਹੀ ਲੈਣੀ ਹੈ ਤੇ ਇਹ ਵਾਲੀ ਜਿਹੜੀ ਦਵਾਈ ਹੈ ਨਾ ਤੁਹਾਨੂੰ ਮਿਲੇਗੀ ਫਲਾਣੀ ਜਗ੍ਹਾ ਤੋਂ ਤੇ ਕਿਉਂਕਿ ਉਹ ਇਹ ਦਵਾਈ ਬਣਾਉਂਦੇ ਨੇ ਠੀਕ ਹੈ ਤੇ ਉਹਨਾਂ ਦੇ ਮੈਡੀਕਲ ਸਟੋਰ ਤੋਂ ਤੇ ਇਸ ਲਈ ਸਾਨੂੰ ਦਵਾਈ ਹੁਣ ਉੱਥੋਂ ਮਿਲਣੀ ਜਿਹੜੇ ਦਵਾਈ ਬਣਾਉਂਦੇ ਨੇ ਉਹਨਾਂ ਕੋਲ ਅਸੀਂ ਜਾਣਦੇ ਆ ਦਵਾਈ ਲੈਣ ਤੇ ਇਸ ਲਈ ਕਿਉਂਕਿ ਮੈਂ ਤਾਂ ਬੋਲਣ ਦੀ ਮੈਡੀਸਨ ਦੇ ਮੁਤਲਕ ਕਿ ਜਿਹੜੀ ਐਮਰਜੈਂਸੀ ਵਾਲੀ ਦਵਾਈਆਂ ਨੇ ਉਹ ਘਰ 'ਚ ਰੱਖੋ ਕਿਉਂਕਿ ਕੱਲ ਡਾਕਟਰ ਨੇ ਸੱਚੀ ਕਿਹਾ ਹੈ ਸੀਰੀਅਸ ਹੋ ਕੇ ਨੇ ਕਿਹਾ ਕਿ ਮੈਡੀਸਨ ਬਹੁਤ ਘੱਟ ਹੋ ਗਈ ਜਰਮਨੀ ਵਿੱਚ ਮੈਂ ਹੁਣ ਮੈਂ ਇੱਥੇ
ਫਲੂਗਾਫਨ ਕਿਹਾ ਸੀ ਨਾ ਸਵਾਰੀ ਲਾਣ ਨਾ, ਹੂੰ ਤੇ ਉਹ ਬੁੱਢੀ ਵੀ ਮੈਨੂੰ ਕਹਿੰਦੇ ਸੀ, ਉਹਨੂੰ ਵੀ ਬਲਕਿ ਮੈਂ ਉਹ ਬੁੱਢੀ ਨਾਲ ਹੀ ਸੀ ਮੇਰੇ ਬੈਠੀ, ਤੇ ਹੂੰ ਉਹਨੂੰ ਮੈਂ ਕਹਿੰਦਿਆ ਸੀ, ਮੈਂ ਕਿ ਮੈਂ ਨਾ ਟੈਲੀਫੋਨ ਇੱਕ ਮਿੰਟ ਕਰ ਲਵਾਂ, ਕੀ ਨਾਮ ਡਾਕਟਰ ਨੂੰ ਨਾ, ਤੇ ਉਹ ਡਾਕਟਰ ਨੂੰ ਫੋਨ ਕੀਤਾ, ਉਹਨੂੰ ਮੈਂ ਕਿਹਾ ਦਵਾਈ ਨਹੀਂ ਲੱਭਣ ਦੇਈ, ਤੇ ਉਹ ਕੁਝ ਲਿਖਦੇ, ਉਹਨੇ ਫਿਰ ਮੈਨੂੰ ਦੱਸਿਆ, ਤੇ ਉਹਦਾ ਟੈਲੀਫੋਨ ਬੰਦ ਹੋ ਗਿਆ, ਤੇ ਮੈਨੂੰ ਜਿਹੜੀ ਮੇਰੀ ਸਵਾਰੀ ਸੀ ਨਾ ਗੱਡੀ ਬੈਠੀ, ਉਹ ਕਹਿੰਦੀ ਕਿ ਜਿਹੜੀਆਂ ਨਾ ਦਵਾਈਆਂ ਜਿਹੜੇ ਚਾਈਨਾ ਤੋਂ ਆਈਆਂ ਨੇ ਨਾ, ਉਹ ਹੰਬਰਗ ਹਾਫਨ ਦੇ ਖਲੋਤੀਆਂ ਨੇ, ਹਾਫਨ ਕਹਿੰਦੇ ਨੇ ਜਿਵੇਂ ਗਵਾਦਰ, ਜਿੱਥੇ ਉਹ ਬੈਰੀ ਜਹਾਜ਼ ਆਉਂਦੇ ਨੇ ਨਾ, ਉੱਥੇ ਕਹਿੰਦੇ ਖਲੋਤੀਆਂ ਨੇ, ਤੇ ਅੱਗੋਂ ਨਹੀਂ ਤੁਰਨਦੇ, ਉਥੋਂ ਨਹੀਂ ਤੁਰਨਦੀਆਂ, ਉਹ ਪਤਾ ਨਹੀਂ ਕੀ ਵਜ੍ਹਾ ਵੀ ਵਿੱਚੋਂ ਬਹੁਤ ਜ਼ਿਆਦਾ ਜਿਹੜੀਆਂ ਅਬਗਲਾਫਨ ਹੋ ਗਈਆਂ ਨੇ, ਅਬਗਲਾਫਨ ਡੇਟ ਲੰਘ ਗਈ ਉਹਨਾਂ ਦੀ, ਕਿਉਂਕਿ ਕਰੋਨਾ ਸਾਈਡ ਦੀਆਂ ਉੱਥੇ ਖਲੋਤੀਆਂ ਨੇ, ਅੱਛਾ, ਤੇ ਪਤਾ ਨਹੀਂ ਕਾਹਤੋਂ ਨਹੀਂ ਅੱਗੇ ਤੋਰਨ ਦੇ। ਮੈਨੂੰ ਆ ਨਾ ਥੋੜਾ ਜਿਹਾ ਡਰ ਜਿਹਾ ਲੱਗਾ, ਉਹਨੇ ਕਿਹਾ ਕਿ ਅਗਰ ਮੈਡੀਸਨ ਨਾ ਮਿਲੇ ਨਾ, ਫਿਰ ਤੁਸੀਂ ਇਹਨੂੰ ਨਾ ਕੋਈ ਟੀਕਾ ਹੋਵੇ ਤੇ ਉਹ ਲਵਾ ਲਿਓ ਨਾ, ਹਾਂ ਮਤਲਬ ਇੰਜੈਕਸ਼ਨ, ਫਿਰ ਉਹਦਾ ਅਸੀਂ ਮੁਤਬਾਦਲ ਇੰਜੈਕਸ਼ਨ ਲਾਵਾਂਗੇ, ਉਹ ਵੀ ਲੇਕਿਨ ਉਨੀ ਕਲੀਨਿਕ ਵਾਲੇ ਲਾਣਗੇ, ਕਰੰਕਰ ਹਾਊਸ ਵਾਲੇ ਹਸਪੀਟਲ, ਤੇ ਇਹ ਐਂਟੀਬਾਇਓਟਿਕ ਦਵਾਈ ਇਹਨੂੰ ਮਸਟ ਦੇਣੀ ਹੈ, ਤੇ ਸ਼ੁਕਰ ਅਲਹਮਦੁਲਿਲਾ ਮਿਲ ਗਈ ਹੈ। ਮੇਰਾ ਗੱਲ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਮੈਂ ਨਾਲ ਇਹਨਾਂ ਨਾਲ ਦਵਾਈ ਲੈਣ ਜਾਣ ਦੇ ਨਾਲ ਤੁਹਾਨੂੰ ਦੱਸਣ ਦੀ ਹੈ ਕਿ ਜਿਹੜੇ ਬੱਚਿਆਂ ਦੇ ਆਮ ਰੂਟੀਨ ਵਾਲੀ ਮੈਡੀਸਨ ਉਹ ਜ਼ਰੂਰ ਘਰ ਵਿੱਚ ਰੱਖੋ। ਮੈਨੂੰ ਇਹ ਹੁੰਦਾ ਕਿ ਉਹੀ ਨਾ ਸ਼ਾਰਟ ਹੋ ਜਾਣ, ਜਾਂ ਜੋ ਕੱਲ ਬੋਲਣ ਡਿਆ ਸੀ, ਤੇ ਐਮਰਜੈਂਸੀ ਲਈ ਦਵਾਈਆਂ ਘਰ ਵਿੱਚ ਜ਼ਰੂਰ ਰੱਖੋ, ਜਿੰਨੀ ਖਲਕਤ ਮਾਸ਼ਾਅੱਲਾ ਆਂਦੀ ਹੈ ਨਾ, ਤੇ ਵਿਚਾਰੇ ਕੁਝ ਇਹ ਵੀ ਨਾ ਹੋਏ ਤੁਹਾਡੇ ਵਾਲੀ ਗੱਲ ਕਿ ਉਹਨਾਂ ਦੀ ਉੱਥੇ ਰੁਕੀਆਂ ਨੇ ਚੀਜ਼ਾਂ, ਤੇ ਫਿਰ ਅੱਗੇ ਵੀ ਨਹੀਂ ਟੁਰਨੀਆਂ, ਜਦੋਂ ਟੁਰਨੀਆਂ ਨੇ ਪਤਾ ਨਹੀਂ ਕਿਦੋਂ ਟੁਰਨੀਆਂ ਨੇ। ਹਾਂ ਚਲੋ ਸਹੀ। ਕਿੰਨੀ ਕੁ ਦੂਰ ਜਾਣਾ ਦਿੱਤਾ ਜੀ ਐਡਰੈਸ? ਉਹਨੇ 1.3 ਕਿਲੋਮੀਟਰ ਹੈ। ਅੱਛਾ, ਹੁਣ ਤੇ ਨਾ ਜਿਹੜੇ ਬੈਠੇ ਨਾ ਫਲਾਂ ਵਾਲੇ ਬਾਗ ਨੇ, ਚੈਰੀ ਦੇ ਜਾਂ ਡਬੇਰ ਦੇ, ਇੱਥੇ ਜਿਹੜੇ ਬੈਠੇ ਹੁੰਦੇ ਨੇ ਠੇਲੇ ਲਾ ਕੇ, ਮੈਨੂੰ ਇਹ ਹੁੰਦਾ ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਕਿਹੜੇ ਠੇਲੇ ਲਾ ਕੇ ਬੈਠੇ? ਉਹ ਬੈਠੇ ਨੇ ਪਿੱਛੇ, ਉਹ ਕੀ ਜਿਹੜੇ ਉਹ ਪਿੱਛੇ ਠੇਲੇ, ਠੇਲਾ ਮੈਂ ਕਿਹਾ ਮੈਂ ਟੋਪੀ ਖਾ ਗਈ ਹੈ ਨਾ ਮੈਨੂੰ ਕਿਤੇ ਪਾ ਜਿਹੜੇ ਠੇਲਾ ਟੋਪੀ ਖਾ ਲਈ, ਟੇ ਕੀ ਬਣ ਕੀ ਟੇ ਉੱਤੇ ਟੋਪੀ। ਹਾਂ ਮੈਨੂੰ ਤਾਂ ਭਾਈ ਜਿਹੜੇ ਨਾ ਪੰਜਾਬੀ ਦੇ ਤੇ ਉਰਦੂ ਦੇ ਮੈਨੂੰ ਤੇ ਨਹੀਂ ਆਉਂਦੇ, ਮੈਂ ਬੋਲਣਾ ਇੰਗਲਿਸ਼। ਅੱਛਾ ਠੀਕ ਹੈ ਨਾ, ਤੇ ਮੇਰੇ ਨਾਲ ਤੇ ਇੰਗਲਿਸ਼ ਦੇ ਵਿੱਚ ਤੁਸੀਂ ਗੱਲ ਕਰਿਆ ਕਰੋ, ਇੰਗਲਿਸ਼ ਦੀ ਸਪੈਲਿੰਗ ਪੁੱਛਿਆ ਕਰੋ ਮੇਰੇ ਕੋਲ। ਹਾਂ ਸੁਣਾਓ, ਤੁਸੀਂ ਸੁਣਾਓ ਠੀਕ ਠਾਕ ਹੋ? ਤੇ ਇੰਗਲਿਸ਼ ਸਹੀ ਹੈ। ਨਹੀਂ ਕੋਈ ਸਪੈਲਿੰਗ ਪੁੱਛ, ਸਪੈਲਿੰਗ ਪੁੱਛ ਦੱਸੋ। ਚਲੋ ਐਲੀਫੈਂਟ ਦੀ ਸਪੈਲਿੰਗ ਸੁਣਾਓ। ਐਲੀਫੈਂਟ ਦੀ ਸਪੈਲਿੰਗ, ਐਲੀਫੈਂਟ ਦੀ ਸਪੈਲਿੰਗ ਹਿਲਫਾ ਹਿਮਾਕੁਫ, ਛੋਟੀ ਇਹ ਐਲੀਫੈਂਟ, ਛੋਟੀ ਇਹ ਵੱਡੀ ਇਹ ਹਾਥੀਫੈਂਟ। ਹਾਥੀਫੈਂਟ ਸਦਕੇ ਤੁਹਾਡੀ ਇੰਗਲਿਸ਼ ਤੁਸੀਂ ਮੇਰੀ ਉਰਦੂ ਦੇ ਵੀ ਪਲਾ ਛੜੀ ਹੈ। ਅੱਛਾ ਤੈਨੂੰ ਨਾ ਜਿਹੜੀਆਂ ਆਪਣੇ ਵਿੱਚ ਜਿਹੜੀਆਂ ਤੇਰੀਆਂ ਖਾਮੀਆਂ ਨੇ, ਇਹ ਕਮੀਆਂ ਨੇ ਨਾ, ਉਹ ਸਾਰੀਆਂ ਮੇਰੇ ਤੇ ਪਾਤੀਆਂ ਨੇ। ਮੈਂ ਕਦੋਂ ਇੰਜ ਹੀ ਮਿਲੀ ਸੀ, ਉਰਦੂ ਭੁਲਾਤੀ ਹੈ ਤੇ ਪੰਜਾਬੀ ਤੈਨੂੰ ਭੁਲਾਤੀ ਹੈ, ਤੂੰ ਮੈਨੂੰ ਬਣੀ ਬਣਾਈ ਇੰਜ ਮਿਲੀ ਮੈਨੂੰ। ਤੇ ਵੇਖ ਲਓ ਮੈਨੂੰ ਕਿੰਨੇ ਸਾਲ ਹੋ ਗਏ ਉਂਝ ਦੀ ਉਂਝ ਆ, ਜ਼ਰਾ ਚੇਂਜ ਨਹੀਂ ਹੋਈ। ਇਨਸਾਨ ਹੋਣਾ ਚਾਹੀਦਾ ਨਾ। ਮਜ਼ਾਲ ਹੈ ਕਿ ਮੈਂ ਇੱਕ ਲਫ਼ਜ਼ ਵੀ ਸਿੱਧਾ ਕੀਤਾ ਹੈ, ਕਿਉਂ ਮੈਂ ਕਰਾਂ? ਜਿਹੜੇ ਪਿੱਛੋਂ ਲੈ ਕੇ ਆਈ ਆਪਣੇ ਘਰੋਂ, ਮੈਂ ਕਿਉਂ ਚੇਂਜ ਕਰਾਂ ਕਿਸੇ ਲਈ? ਬੰਦਾ ਸਾਰਾ ਚੇਂਜ ਕਰ ਛੱਡਿਆ ਨਾ, ਤੁਸੀਂ ਨਹੀਂ ਚੇਂਜ, ਤੁਸੀਂ ਇੱਟੇ ਵੀ ਨਹੀਂ। ਜਨਾਬ ਅੱਲਾ ਦੀ ਕਿਸਮ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੈਂ ਇੰਨਾ ਚੇਂਜ ਹੋ ਗਿਆ ਨਾ। ਹਾਂ ਮੈਂ ਟਾਈਮ ਸਿਰ ਉੱਠ ਕੇ, ਮੈਂ ਤੈਨੂੰ ਪਤਾ ਵੇ ਸਵੇਰੇ ਸਵੇਰੇ ਨਾਸ਼ਤਾ ਬਣਾਉਣਾ ਹੈ। ਇਹ ਕਿਥੋਂ ਦੀ ਲੌਜਿਕ? ਉਹ ਪਤਾ ਹੀ ਜਦੋਂ ਮੈਂ ਨਾ ਨਵਾਂ ਜਰਮਨੀ ਆਇਆ ਨਾ ਜਨਾਬ, ਤੇ ਮੈਨੂੰ ਉਹੀ ਗੱਲ ਕਿ ਮੇਰੀ ਮਾਂ ਨੇ ਕੁਝ ਸਿਖਾਇਆ ਹੀ ਕੁਝ ਨਹੀਂ, ਮੈਨੂੰ ਹਾਲਾਂਕਿ ਪਤਾ ਹੀ ਸੀ ਕਿ ਉਸਮਾਨ ਨੇ ਅਗਲੇ ਘਰ ਜਾਣਾ। ਅੱਛਾ ਨਹੀਂ ਬਰਲਾ ਮੈਂ ਇੱਥੇ ਆਇਆ ਨਾ ਜਨਾਬ, ਤੇ ਹੁਣ ਮੈਨੂੰ ਆਂਡਾ ਤੇ ਬਣਾਉਣਾ ਆਉਂਦਾ ਸੀ, ਆਮਲੇਟ ਬਣਾਉਣਾ ਆਉਂਦਾ ਸੀ ਨਾ, ਤੇ ਮੈਂ ਅਕਸਰ ਹੀ ਆਮਲੇਟ ਬਣਾਉਂਦਾ ਰਹਿੰਦਾ ਸੀ। ਮੈਂ ਕਿਹਾ ਨਹੀਂ ਯਾਰ ਉਸਮਾਨ ਸਾਹਿਬ, ਹੁਣ ਤੁਸੀਂ ਨਾ ਛਾਲ ਮਾਰੋ ਆਲੂ, ਮੈਂ ਕਿਹਾ ਆਲੂ ਦੀ ਭੁਜੀਆ ਜਿਹੜੀ ਨਾ ਉਹ ਬਣਾਉਣਾ। ਹੁਣ ਆਲੂ ਦੀ ਭੁਜੀਆ ਮੈਂ ਕਿੰਨੇ ਬੜੇ ਪਤਾ ਨਹੀਂ ਕਿਹੜੇ ਕਿਹੜੇ ਮੈਂ ਮਸਾਲੇ ਪਾ ਲਏ ਨੇ, ਉਹਨਾਂ ਦਾ ਜਿਹੜਾ ਨਾ ਜਿਵੇਂ ਨਾਰਮਲ ਲਾਲ ਲਾਲ ਰੰਗ ਹੁੰਦਾ ਵੇ ਨਾ ਹਾਂਡੀਆਂ ਦਾ, ਉਹ ਨਹੀਂ ਹੋਇਆ। ਲਾਲ ਰੰਗ ਨਹੀਂ ਮੈਨੂੰ ਨਜ਼ਰ ਆ ਰਿਹਾ ਮੇਰੀ ਹਾਂਡੀ ਦੇ ਵਿੱਚ। ਮੈਂ ਨਾ ਵਿੱਚ ਪਾਈ ਥੋੜੀ ਕੈਚਅਪ। ਅੱਛਾ ਕੈਚਅਪ ਪਾਈ ਤੇ ਫਿਰ ਮੈਂ ਕੀਤਾ ਤੇ ਥੋੜਾ ਲਾਲ ਲਾਲ ਹੋ ਗਿਆ। ਉਹ ਕੋਈ ਖੈਰ ਮੈਂ ਕਹਿ ਲਗਾ ਕਿ ਕੋਈ ਮਜ਼ਾ ਆਇਆ ਉਹਦਾ। ਅੱਛਾ ਉਹ ਮਜ਼ਾ ਕਿਉਂਕਿ ਮੈਨੂੰ ਤੁਸੀਂ ਬਣਾਇਆ ਸੀ ਨਾ ਨਾਲੇ ਫਿਰ ਮੈਂ ਉੱਥੋਂ ਨਾ ਜਾ ਕੇ ਨਾ ਚਾਰ ਲਿਆਂਦਾ। ਮੈਂ ਕਹਿੰਦਾ ਸਮਾਨ ਸਭ ਪਰਾਠਾ ਚਾਰ ਤੇ ਚਾਹ ਕੀ ਬਾਤ ਹੈ। ਬਾਅਦ ਵਿੱਚ ਵੈਸੇ ਮੈਂ ਪੀਜ਼ੇ ਤੋਂ ਹੁੰਦਾ ਸੀ, ਤੇ ਦੁਪਹਿਰ ਦੀ ਰੋਟੀ ਸਾਡੀ ਪੀਜ਼ੇ ਤੋਂ ਹੁੰਦੀ ਸੀ। ਸ਼ਾਮ ਨੂੰ ਪੀਜ਼ਾ ਮੈਂ ਨਾਲ ਲੈਣਾ ਹੁੰਦਾ ਸੀ। ਪੀਜ਼ਾ ਮੋਟੇ ਫੇਰ ਨਹੀਂ ਤੁਸੀਂ ਹੋਏ, ਸ਼ੁਕਰ ਅਲਹਮਦੁਲਿਲਾ ਜੀ। ਤੁਸੀਂ ਮੇਰੇ ਕੋਲੋਂ ਕੀ ਨੂਰਾ ਕੁਸ਼ਤੀ ਕਰਾਉਂਦੇ? ਨੂਰਾ ਕੁਸ਼ਤੀ ਬੜੇ ਪੁਰਾਣੇ ਘਰ ਨੇ। ਮੈਂ ਪਹਿਲੀ ਵਾਰੀ ਆਇਆ। ਫਿੰਥਨ ਜਿਹੜਾ ਨਾ, ਫਿੰਥਨ ਹੈਗਾ ਵੇ ਤਕਰੀਬਨ ਜਿੰਨੇ ਸਾਲ ਹੀ ਪੁਰਾਣਾ ਹੈ। ਤੁਸੀਂ ਗੂਗਲ ਕਰਨ ਲੱਗ ਪਏ ਨਾ,
ਸਾਡੇ ਅੱਛਾ, ਘਰ ਸਾਡਾ ਸਾਇੰਸਦਾਨ ਨੇ ਸਾਡਾ ਸੱਚੀ ਜਿੱਥੇ ਅਸੀਂ ਰਹੀਦਾ ਉਹ ਕਿੰਨਾ ਪੁਰਾਣਾ ਵਾਲਾ ਜਿਹੜਾ ਵੇ ਇਲਾਕਾ ਪਤਾ ਇਲਾਕਾ। ਨਹੀਂ। ਉਹ 1964 ਦੇ ਵਿੱਚ ਬਣਿਆ। ਅੱਛਾ, ਲੇਕਿਨ ਇਹ ਮੈਨੂੰ ਬਹੁਤਾ ਪੁਰਾਣਾ ਲੱਗਣ ਦਿਆ ਹੈ। ਵੇ ਨਾ ਘਰ ਬੜੇ ਲੱਗਣ ਦੇ ਨੇ। ਨਹੀਂ ਨਹੀਂ, ਇਹ ਪੁਰਾਣਾ, ਇਹ ਵੀ ਪੁਰਾਣਾ ਵੇ, ਗੌਂਜ਼ਲਾ ਵੀ ਪੁਰਾਣਾ ਹਾਂ, ਵੇ। ਲੇਕਿਨ ਇੱਥੇ ਪੱਕੇ ਮਾਈ ਬਾਬੇ ਬਹੁਤੇ ਰਹਿੰਦੇ ਹੋਣੇ ਨੇ। ਬੜਾ ਮਹਿੰਗਾ ਇਲਾਕਾ ਹੈ ਜੀ। ਹਨਾ ਕਿਉਂਕਿ ਜਿਹੜੇ ਆਂਦੇ ਇਲਾਕੇ ਨਾ ਪੁਰਾਣੇ ਬੜੇ ਸਾਨੂੰ ਪੁਰਾਣੇ ਲੱਗਦੇ, ਲੇਕਿਨ ਇੱਥੇ ਜ਼ਿਆਦਾਤਰ ਗੋਰੇ ਰਹਿੰਦੇ ਨੇ, ਮਾਈ ਬਾਬੇ ਸਿਆਣੇ ਸਿਆਣੇ। ਇੱਥੇ ਜਾਣੇ ਨਾਲ ਅਸੀਂ। ਹਾਂ ਚਲੋ ਸਹੀ ਹੈ। ਚਲੋ ਜੇ ਅਸੀਂ ਪਹੁੰਚ ਗਏ ਆ ਤੇ ਅੱਲਾ ਖੈਰ ਕਰ, ਦਵਾਈ ਲੈ ਕੇ ਨਾ ਘਰ ਚੱਲੀਏ। ਨਹੀਂ, ਮੈਂ ਤਾਂ ਕਹਿੰਦੇ ਮੈਂ ਪੈਸੇ ਅੱਜ ਖੜੇ ਸੀ, ਹਾਂ ਕਿਉਂਕਿ ਮੈਂ ਤੈਨੂੰ ਪਹਿਲੇ ਵੀ ਦੱਸਿਆ, ਪਤਾ ਨਹੀਂ ਕਿ ਹੁਣ ਨਾ ਇਹ ਜਿਹੜੇ ਇਹ ਵਾਲੇ ਨੇ ਨਾ ਬੱਚਿਆਂ ਦੇ? ਹੈਲਥ ਇੰਸ਼ੋਰੈਂਸ ਵਾਲੇ, ਅੱਛਾ ਅੱਛਾ, ਇਹ ਆਹ ਬਹੁਤ ਹੋ ਗਏ ਨੇ ਕੰਜੂਸ ਹੋ ਗਏ ਨੇ ਕੰਜੂਸ ਹੋ ਗਏ ਨੇ। ਜਿਹੜੇ ਬੱਚਿਆਂ ਦੀ 18 ਸਾਲ ਤੱਕ ਦੀ ਮੈਡੀਸਿਨ ਫ੍ਰੀ ਹੈ। ਹਾਂ ਤੇ ਆਫੀਆ ਦੀ ਨਹੀਂ ਸੀ ਮੈਂ ਲੈਣ ਗਿਆ, ਉਹ ਕਰੀਮ ਦੀ ਜਿਹੜੀ ਲਾਣੀ ਹਾਂ ਹਾਂ ਹਾਂ। ਅੱਛਾ, ਉਹਦੇ ਪੈਸੇ ਦਿੱਤੇ ਸਨ ਤੁਸੀਂ? ਮੈਂ ਪੈਸੇ ਦਿੱਤੇ ਨੇ, 21 ਸੈਂਟ ਦਿੱਤੇ ਨੇ। ਅੱਛਾ 21 ਸੈਂਟ ਦੀ ਗੱਲ ਨਹੀਂ ਹੈ, ਹਾਂ। ਧੀਆਂ ਪੁੱਤਰਾਂ ਤੁਸੀਂ ਹਜ਼ਾਰਾਂ ਲਾਉਂਦੇ ਹੋ, ਹਾਂ। 21 ਸੈਂਟ ਦੀ ਗੱਲ ਨਹੀਂ ਹੈ। ਮੇਰਾ ਪੁਆਇੰਟ ਇਹ ਸੀ ਕਿ 1 ਸੈਂਟ ਵੀ ਉਹਨਾਂ ਨੇ ਬੱਚਿਆਂ ਦਾ ਕਿਉਂ ਲਿਆ। ਹਾਂ, ਹੁਣ ਲੈਣ ਲੱਗ ਪਏ ਨੇ ਨਾ ਹੁਣ ਬੜੇ। ਮੈਂ ਕਹਿ ਰਿਹਾ ਵਾਂ ਕਿ ਮੈਂ ਤੁਹਾਨੂੰ ਕਹਿਣਾ ਕਰੋਨਾ ਜਿਹੜਾ ਇਹਨਾਂ ਨੇ ਦਿੱਤੇ ਨਾ, ਤਾਂ ਫਿਰ ਇੰਝ ਹੀ ਕੱਢਣ ਦੇ ਨੇ ਹੁਣ ਵਾਪਸ। ਜਿਹੜੀ ਮਾੜੀ ਚੰਗੀ ਕਿਸੇ ਦੀ ਹੈਲਪ ਕੀਤੀ ਹੈ ਨਾ, ਇਹ ਬੜੇ ਸਿਆਣੇ ਲੋਕ ਨੇ, ਐਡੇ ਨਹੀਂ ਹੈ ਕਿ। ਚਲੋ ਸ਼ੁਕਰ ਅੱਲਾ ਮੀਆਂ ਦਾ। ਚਲੋ ਜੀ ਘਰ ਚੱਲਨੇ ਆ, ਘਰ ਜਾ ਕੇ ਹੁਣ ਖਾਣ ਪੀਣ ਦਾ ਕਰੀਏ। ਹਾਏ ਚਲੋ ਸ਼ੁਕਰ ਹੈ ਦਵਾਈ ਮਿਲ ਗਈ। ਹੁਣ ਮੈਂ ਚੱਲੀ ਹਾਂ, ਇੱਕਦਮ ਮੇਰੀ ਨਜ਼ਰ ਪਈ ਬੇਕਰੀ 'ਚ। ਮੈंने कहा आफिया लुकमान ਦੇ ਨਾਲ ਘਰ ਬੈਠੀ है तो ਇਹਦੇ लिए मैं ले जावा नाश्ता, क्योंकि लुकमान तो पराठे ही खाता है, उसको तो इन चीज़ों के लगाव बिल्कुल भी नहीं है। गाड़ी एकदम इन्होंने पार कर दी। मैंने कहा चलो मैं भाग के ना इसके लिए ब्रेसल ऐसे कुछ ले आऊँ, क्योंकि उसको ये चीज़ें पसंद है। जो बच्चा थोड़ा बीमार होंगे ना, ਇਹ ਵੀ दिल करता तो लाड़ चुकन ਨੂੰ सच्ची। तो बीमार तो नहीं, शुक्र अल्लाह का बेहतर है काफ़ी। लेकिन ਕੱਲ ਡਾਕਟਰ ਕੋਲ ਮੈਂ ਲੈ ਕੇ ਗਈ, ਮੈਨੂੰ ਨਾ ਥੋੜਾ ਪੈਰ ਉਹਦਾ ਸੁੱਜਿਆ ਲੱਗਦਾ ਸੀ, ਤੇ ਉਹ ਚੈੱਕ ਕਰਵਾਉਣ ਗਏ ਸੀ, ਤੇ ਉਹ ਵਾਕਈ ਥੋੜਾ ਹੈ ਸੀ। ਚਲੋ ਜੀ ਉਹਦੀ ਲੈ ਲਿਆ ਨਾਸ਼ਤਾ। ਹੁਣ ਗੱਡੀ ਵੱਲ ਚਲੀਏ ਤੇ ਜਾ ਕੇ ਆਪਣੇ ਮੀਆਂ ਨੂੰ ਨਾਸ਼ਤਾ ਕਰਾਈਏ ਅੱਛੇ ਵਾਲਾ। ਦੇਖੋ ਹੁਣ ਉਹਨਾਂ ਨੇ ਕੀ ਖਾਣਾ। ਮੈਨੂੰ ਤੇ ਇੱਥੇ ਜਾ ਕੇ ਖਾਣਾ ਬਣਾਉਣੀ ਆ। ਉਹਨਾਂ ਨੇ ਗੱਡੀ 'ਚ ਬਹਿੰਦੇ ਹੀ ਪਰਾਠੇ ਦਾ ਆਰਡਰ ਲਾ ਛੜਿਆ। ਸੱਚੀ ਘਰੋਂ ਕਰਵਾ ਕੇ ਲਿਆਈ ਆ। ਮੇਰੇ ਮੀਆਂ ਨੂੰ ਨਾ ਤੁਸੀਂ ਕਹੋ ਨਾ ਬਾਹਰ ਜਾ ਕੇ ਛਾਪਰ ਬਾਹਰ ਕੂੜੇ ਦਾ ਰੱਖਾ, ਉਹ ਘਰੋਂ ਖਵਾ ਕੇ ਭੇਜੋ। ਬਾਹਰ ਵਾਪਸ ਆਉਣਗੇ ਤੇ ਇਹਨਾਂ ਨੂੰ ਭੁੱਖ ਲੱਗ ਜਾਂਦੀ। ਹੱਦ ਮੁੱਕੀ ਪਈ ਹੈ। ਚਲੇ ਘਰ ਚੱਲਨੇ ਆ, 11 ਵੱਜ ਗਏ ਨੇ ਜੀ। ਘਰ ਆ ਗਏ ਆ। ਟਾਈਮ ਕੀ ਹੋ ਗਿਆ? 11:30 ਟਾਈਮ ਹੈ। ਤੇ ਅਸੀਂ ਹੁਣ ਸਟਾਰਟ ਕਰੀ ਆਪਣਾ ਖਾਣਾ ਬਣਾਉਣਾ, ਕਿਉਂਕਿ ਮੀਆਂ ਮੇਰੇ ਚਲੇ ਗਏ ਕੰਮ 'ਚ। ਮੈਂ ਬੜੀ ਦੁਖੀ ਸੀ ਕਿ ਘਰ ਜਾ ਕੇ ਮੈਨੂੰ ਪਰਾਠੇ ਬਣਾਉਣੇ ਪੈਣੇ ਨੇ, ਪਰ ਉਹਨਾਂ ਨੇ ਸਵਾਰੀ ਮਿਲ ਕੇ ਚਲੇ ਗਏ ਕੰਮ ਤੇ। ਮੈਂ ਹੁਣ ਸਾਰੀਆਂ ਚੀਜ਼ਾਂ ਕਰ ਲਈ। ਮੇਰੇ ਦਿਲ ਕਰਨ ਸੀ ਆਲੂ ਬੈਂਗਣ ਬਣਾਵਾਂ, ਨਾਲ ਬਣਾਵਾਂ ਵਾਈਟ ਚਾਵਲ, ਤੇ ਕਟਿੰਗ ਕਰੀਏ ਤੇ ਸਟਾर्ट करिए काम। अल्लाह खैर करे। चले जी घर आ गई हूँ, सब्जी काटने लगी हूँ, बैंगन शेंगन। अच्छा बैंगन हो ना, गर्मी की सब्जी जी ना, बैंगन बड़ा मज़ा आता है। बैंगन और क्या है, टिंडे हैं। ਕੱਦੂ ਤਾਂ ਖੈਰ ਮੈਨੂੰ ਇੰਨੇ ਜ਼ਿਆਦਾ ਤੌਰ 'ਤੇ ਪਸੰਦ ਨਹੀਂ। ਕੱਦੂ ਸ਼ਰੀ ਖਾਈਏ ਨਾ, ਅਤੇ ਮੈਂ ਉਹਦਾ ਰਾਇਤਾ ਵਗੈਰਾ ਬਣਾਵਾਂ, ਜਾਂ ਜਿਹੜੇ ਘੋਟ ਵੀ ਹੁੰਦੇ ਨੇ ਸਰਦੀਆਂ 'ਚ, ਉਦੋਂ ਬੜਾ ਮਜ਼ਾ ਆਉਂਦਾ। ਅਤੇ ਮੇਰਾ ਦਿਲ ਕਰਨ ਦੇ ਸੀ ਅੱਜ ਮੈਂ ਨਾ ਬੈਂਗਣ ਬਣਾਵਾਂ, ਕਿਉਂਕਿ ਪਰਸੋਂ ਦੇ ਲੀਡਲ 'ਚੋਂ ਆਉਂਦੇ ਸਨ। ਅਤੇ ਮੈਂ ਕਿਹਾ ਬਜਾਏ ਕਿ ख़राब ਹੋਣ ਤੇ ਇਹਨੂੰ ਕੱਟੋ ਤੇ ਇਹਨੂੰ ਵਿੱਚ ਸੁੱਟੋ, सीधा प्रेशर लो। आज डायरेक्ट ना पूरी आपको रेसिपी दूंगी मैं कैसे आलू बैंगन बनाती हूँ। बड़े पूछ रहे आप प्रेशर में कैसे बना लेती हैं। प्रेशर में तो गल जाते हैं, लेकिन मेरे नहीं गलते, मैं दिखाती हूँ। अभी मैंने क्या किया, मैंने 2 बैंगन लिए, उन्होंने कट शट के विच सुट ले। भी शायद उसे मोटे मोटे पीस कर लो, प्रेशर ही लाना भी ज़रूरी नहीं कि उसे बरीक, लेकिन प्याज उसके मैं बरीक ही करूँगी, और बरीक करूँगी, नज़र ना आए बस भूनते वक्त ना मुझे प्याज। तो टमाटर लिया एक, अगर आपके पास 2 है तो 2 डाले, बड़ा जो ना वो 1 काफ़ी है। तो अभी मैं प्याज को चितरी मितरी और करूँगी, तो ज़रा और कोट के ये तो मैं मिद काट के फिर मैं इसको डाल लूँगी। ये देखे जी, ये टमाटर भी चले गए और प्याज भी चला गया। अब जादू से मैंने आलू भी काट के डाले। गिलास में ना ½ गिलास मैंने पानी डाला है।
हाफ गिलास, मतलब हाफ गिलास, ठीक है। और उसके अंदर नमक मिर्च हल्दी और जो ना सूखा धनिया का पाउडर वो मैंने डाल दिया, साथ ही मैंने ऑयल डाल दिया, जितना आप हांडी में यूज़ करते उतना ही। चले जी हुण तुसीं प्रैशर लाना 3 ਤੋਂ 4 मिनट, जब तुहाडी आवाज़ आन लग पे ना प्रैशर दी, उस तो बाद तुसीं 3 ਤੋਂ 4 मिनट प्रेशर लाना, भुल नहीं जाना है, कोई गोश नहीं है, फटाफट गलन वाली चीज़ है। तो ये देखिए जी, जैसे 3-4 मिनट वहाँ पे रख के आई ना, उसी दौरान मैं जल्दी से वापस आई हूँ। मैंने कहा जो कपड़े मैं सोफे पे फेंक के गई थी उनको करूँ मैं तय। ਇਹ ਵੀ ਬੜਾ ਹੀ ਕੰਮ ਹੁੰਦਾ ਜੇ, ਮੈਨੂੰ ਬੜਾ ਹੀ ਔਖਾ ਲੱਗਦਾ ਜੇ ਕੱਪੜੇ ਜਿਹੜੇ ਤੈਅ ਕਰਕੇ ਤੇ ਰੱਖਣੇ ਹੁੰਦੇ ਨੇ। ਖੈਰ ਮੇਰਾ ਅੱਧਾ ਕੰਮ ਤੇ ਮਿਸਾਲ ਕਰਦੀ, ਇਸ ਤੋਂ ਬਾਵਜੂਦ ਮੈਂ ਥੱਕੀ ਹੁੰਨੀ ਹਾਂ ਸੱਚੀ। ਅਸੀਂ ਕਿਸੇ ਹਾਲ 'ਚ ਵੀ ਖੁਸ਼ नहीं। चलें जी, तय करके मैंने टोकरी रख दी, अब मिसाल आके सेट करेगी तो वापस चलती हूँ किचन में। ये देखिए जी, प्रेशर मैंने खोल लिया है और थोड़ा थोड़ा पानी इसको मैं शिफ्ट करूँगी कढ़ाई में, ताकि मेरे भूनते वक्त ना ज़रा आराम से इसको चमचा लग जाए। ये देखिए, इसको आप दोबारा इसको मैंने डाला है तो कुछ मिनट के लिए इसका पानी हो गया खुश्क। जो मैंने ऑयल डाला था ना वो आ गया उत्ते, तुहानूं कुछ मेहनत नहीं करनी पैंदी। नाल ही मैं चावल 1 कप रखे अपने लिए, क्योंकि और कोई चावल खाएगा नहीं, सालन के साथ मैं ही खाऊंगी। मैंने नमक ऑयल और पानी इकट्ठे डाल के ना चावल का भी कम ठपदी है। मैं क्या इक्को चक्कर मैं कि पानी गर्म करा तो फिर पावां। अब मैंने इसके अंदर डाली है सूखी मेथी और गर्म मसाला। आलू बैंगन तुहानूं पता गर्म मसाले की शान है, नहीं गरम मसाला आलू बैंगन की शान है। मैं सारा उल्ट पुलटी कर छड़िया वे, हद मुक्की पई। तो हुण मैं उत्ते सुट्टांगी की कहंदे ने धनिया, ते हा क्या मज़ेदार हुण मेरे चावल हो गए ने। इन्हूं मैं लावांगी दम उत्ते ते थोड़ा जिहा मसाला लैके वापस आवांगी। फाह मैं बड़ा लैनी ਕੰਮ ਦੇ ਦੌਰਾਨ ਥੋੜਾ ਥੋੜਾ ਵਿਆਹ ਵੀ ਕਰਿਆ ਕਰੋ ਜਾ ਕੇ, ਤੁਹਾਨੂੰ ਮਜ਼ਾ ਆਵੇਗਾ। ਕੰਮ ਦਾ ਫਿਰ ਮਜ਼ਾ ਆਉਂਦਾ ਵੇ, ਲਗਾਤਾਰ ਤੁਸੀਂ ਇੱਕ ਕੰਮ ਕਰਦੇ ਰਹੋ ਨਾ, ਬੰਦਾ ਥੱਕ ਜਾਂਦਾ ਵੇ। ਤੇ ਮਤਲਬ ਮਗਰੂ ਲਾਈਦਾ ਕੰਮ ਕਿ ਬਸ ਹੁਣ ਲੱਥ ਜਾਵੇ। तो ये देखिए जी, अभी मैं अपनी प्लेट सैट कर रही हूँ। मैं ਤੁਹਾਨੂੰ भी प्लेट ਵਿਖਾਉਣੀ है, मैं क्या सैट ਕਰਨ देंगे, फिर ਤੁਹਾਡੇ ਮੂੰਹ 'ਚ ਪਾਣੀ ਆਵੇਗਾ, फिर ਤੁਸੀਂ ਉੱਠੋਗੇ, फिर ਤੁਸੀਂ किचन 'ਚ जाओगे, फिर ਤੁਸੀਂ ਕੱਲ बनाओगे, आज नहीं तो कल तो मस्ट ही बनाओगे। तो चलिए जी, मैंने बैंगन ऊपर डाल ली है। अब थोड़ी सी मैं चटनी भी लूँगी, मैंने फ्रिज में रखी हुई थी बना के। और मैंने इसके साथ ना आलू बैंगन और चावल होना, फिर मैं वो जो मूली होती रेडिश होती है ना, लाल वाली मूली, वो मैं काट के खाती हूँ। हो कोई स्वाद आंदा जो करके वेखियो सच्ची। ये देखिए जी, ये मेरी प्लेट हो गई डन। चलो जी, इतने मैनू दो इजाज़त। इंशाल्लाह ताला कल वापस आऊँगी। मुझे मेरी फैमिली को दुआ में याद रखिए, अपनी फैमिली का भी ख्याल रखिए। कल तक के लिए अल्लाह हाफिज़।